ਸਤਿ ਸ੍ਰੀ ਅਕਾਲ। ਸਾਹਿਤਕ ਸੱਚ ਚੈਨਲ ਦੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਪੰਜਾਬੀ ਦੇ ਪ੍ਰਸਿੱਧ ਇਕਾਂਗੀਕਾਰ ਹਰਸ਼ਰਨ ਸਿੰਘ ਦੁਆਰਾ ਰਚਿਤ ਇਕਾਂਗੀ ਇੱਕ ਵਿਚਾਰੀ ਮਾਂ ਦੀ ਸਾਹਿਤਕ ਸਮੀਖਿਆ ਲੈ ਕੇ ਹਾਜ਼ਰ ਹੋਏ ਹਾਂ। ਹਰਸ਼ਰਨ ਸਿੰਘ ਜਿਨ੍ਹਾਂ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਅਸੀਂ ਪਿਛਲੇ ਲੈਕਚਰ ਦੇ ਵਿੱਚ ਵਿਸਤਾਰ ਦੇ ਵਿੱਚ ਚਰਚਾ ਵੀ ਕੀਤੀ ਸੀ। ਸੋ ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ ਅਤੇ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਹੁਣ ਤੱਕ ਜਾਰੀ ਕੀਤੀਆਂ ਲੈਕਚਰ ਲੜੀਆਂ ਸੁਣ ਕੇ ਆਪਣੀ ਕਲਾਸ ਦੇ ਸਿਲੇਬਸ ਸੰਬੰਧੀ ਸੰਪੂਰਨ ਜਾਣਕਾਰੀ ਹਾਸਲ ਕਰਦੇ ਰਹਿਣਾ। ਨਾਲ ਹੀ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਨਾ ਨਾ ਭੁੱਲਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਨੂੰ ਸਮੇਂ ਸਿਰ ਅਤੇ ਸੁਚਾਰੂ ਢੰਗ ਦੇ ਨਾਲ ਜਾਰੀ ਰੱਖ ਸਕਣ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਇੱਕ ਵਿਚਾਰੀ ਮਾਂ ਇਕਾਂਗੀ ਦੇ ਪਾਤਰਾਂ ਬਾਰੇ ਜੋ ਮੁੱਢਲੀ ਜਾਣਕਾਰੀ ਹੈ ਉਹਨਾਂ ਵਿੱਚੋਂ ਰਾਜੋ ਇਸ ਇਕਾਂਗੀ ਦੀ ਮੁੱਖ ਨਾਇਕਾ ਹੈ ਜਿਸ ਦੀ ਉਮਰ ਲਗਭਗ 30 ਸਾਲ ਹੈ। ਨੱਥਾ ਸਿੰਘ ਉਸ ਦਾ ਪਤੀ 35 ਸਾਲ ਦੇ ਕਰੀਬ ਉਮਰ ਹੈ। ਬੇਬੇ ਨੱਥਾ ਸਿੰਘ ਦੀ ਮਾਤਾ ਹੈ ਜਿਸ ਦੀ ਉਮਰ 60 ਸਾਲ ਹੈ ਅਤੇ ਜਮਾਲ ਜੋ ਹੈ ਇਹ ਰਾਜੋ ਦੀ ਮਾਸੀ ਦਾ ਪੁੱਤਰ ਭਰਾ ਹੈ ਔਰ ਪਾਕਿਸਤਾਨੀ ਫੌਜ ਦੇ ਵਿੱਚ ਅਫਸਰ ਹੈ। ਮੁਖਬਰ ਸ਼ਿਵ ਸਿੰਘ ਜੋ ਹੈ ਇੱਕ ਮੁਖਬਰ ਹੈ ਕਿਉਂਕਿ ਮੁਖਬਰ ਤੋਂ ਭਾਵ ਹੈ ਸੂਈਆ। ਪਿੰਡ ਦੇ ਵਿੱਚ ਵਾਪਰਨ ਵਾਲੀਆਂ ਹਰ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਪੁਲਿਸ ਨੂੰ ਗੁਪਤ ਸੂਚਨਾ ਦੇਣ ਵਾਲੇ ਸ਼ਖਸ ਨੂੰ ਜੋ ਹੈ ਮੁਖਬਰ ਕਿਹਾ ਜਾਂਦਾ ਹੈ। ਸਥਾਨ ਜੋ ਹੈ ਇਸ ਘਟਨਾ ਦੇ ਵਾਪਰਨ ਦਾ ਨੱਥਾ ਸਿੰਘ ਦੇ ਘਰ ਦਾ ਵਿਹੜਾ ਹੈ ਅਤੇ ਸਮਾਂ ਲਗਭਗ 1 ਵਜੇ ਦੇ ਕਰੀਬ ਹੈ। ਧਰਮਾ ਤੇ ਬੀਰਾ ਜੋ ਹਨ ਇਸ ਇਕਾਂਗੀ ਦੇ ਵਿੱਚ ਦੋ ਅਜਿਹੇ ਪਾਤਰ ਹਨ ਜਿਨ੍ਹਾਂ ਦੀ ਉਮਰ 7 ਅਤੇ 9 ਸਾਲ ਦੇ ਕਰੀਬ ਹੈ ਅਤੇ ਰਾਜੋ ਅਤੇ ਨੱਥਾ ਸਿੰਘ ਦੇ ਪੁੱਤਰ ਹਨ। ਇਸ ਇਕਾਂਗੀ ਦੇ ਬਾਰੇ ਅਸੀਂ ਸਾਹਿਤਕ ਆਲੋਚਨਾ ਕਰਨ ਦੇ ਲਈ ਇਹਨਾਂ ਤੱਥਾਂ ਨੂੰ ਧਿਆਨ ਦੇ ਵਿੱਚ ਰੱਖਾਂਗੇ। ਸਭ ਤੋਂ ਪਹਿਲਾਂ ਹੈ ਵਿਸ਼ਾ ਕਿ ਇਸ ਇਕਾਂਗੀ ਇੱਕ ਵਿਚਾਰੀ ਮਾਂ ਦਾ ਜੋ ਵਿਸ਼ਾ ਹੈ, ਇੱਕ ਵਿਚਾਰੀ ਮਾਂ ਜਿਵੇਂ ਕਿ ਇਸ ਦੇ ਨਾਮ ਤੋਂ ਹੀ ਸਪਸ਼ਟ ਹੋ ਰਿਹਾ ਹੈ, ਇਹ ਮਾਂ ਦੀ ਜੋ ਵਿਚਾਰਗੀ ਦੀ ਸਥਿਤੀ ਹੈ, ਜੋ ਦੁਖਾਂਤਕ ਸਥਿਤੀ ਹੈ ਉਸ ਨੂੰ ਪੇਸ਼ ਕਰਨਾ। ਔਰ ਇਹ ਦੁਖਾਂਤਕ ਸਥਿਤੀ ਉਸ ਦੀ ਕਿਉਂ ਹੋਈ ਹੈ ਕਿਉਂਕਿ ਸੰਨ 1947 ਦੇ ਵਿੱਚ ਜਦੋਂ ਪਾਕਿਸਤਾਨ ਹੋਂਦ ਦੇ ਵਿੱਚ ਆਇਆ ਹੈ ਤਾਂ ਉਸ ਵਕਤ ਜੋ ਦੋਹਾਂ ਦੇਸ਼ਾਂ ਦੇ ਦੋਹਾਂ ਮੁਲਕਾਂ ਦੇ ਲੋਕ ਜਿਹੜੇ ਸਨ, ਹਿੰਦੂ ਸਿੱਖ ਪਾਕਿਸਤਾਨ ਤੋਂ ਹਿੰਦੁਸਤਾਨ ਵੱਲ ਨੂੰ ਆਏ ਅਤੇ ਮੁਸਲਮਾਨ ਜੋ ਹਿੰਦੁਸਤਾਨ ਦੀ ਧਰਤੀ 'ਤੇ ਰਹਿ ਰਹੇ ਸਨ ਉਹਨਾਂ ਨੂੰ ਪਾਕਿਸਤਾਨ ਹਿਜਰਤ ਕਰਨੀ ਪਈ, ਜਾਣਾ ਪਿਆ। ਤਾਂ ਉਸ ਸਮੇਂ ਜੋ ਦੁਖਾਂਤ ਵਾਪਰਦਾ ਹੈ ਜਾਂ ਜੋ ਦੰਗੇ ਫਸਾਦ ਹੁੰਦੇ ਹਨ ਉਹਨਾਂ ਦੰਗੇ ਫਸਾਦਾਂ ਦਾ ਸ਼ਿਕਾਰ ਸਭ ਤੋਂ ਵੱਧ ਜੋ ਹੈ ਔਰਤਾਂ ਅਤੇ ਬੱਚੇ ਹੋਏ। ਔਰ ਉਸੇ ਦੁਖਾਂਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਹਾਲਾਂਕਿ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਸਾਰੇ ਸਾਹਿਤਕਾਰਾਂ ਨੇ ਇਸ ਵੰਡ ਦੇ ਵਿਸ਼ੇ ਨੂੰ ਆਧਾਰਿਤ ਬਣਾ ਕੇ ਸਾਹਿਤਕ ਰਚਨਾਵਾਂ ਦੀ ਸਿਰਜਣਾ ਕੀਤੀ ਹੈ, ਪਰ ਹਰਸ਼ਰਨ ਸਿੰਘ ਦੀ ਖਾਸੀਅਤ ਇਹ ਹੈ ਕਿਉਂਕਿ ਹਰਸ਼ਰਨ ਸਿੰਘ ਨੇ ਉਸ ਵਕਤ ਇਸ ਜੋ ਦੁਖਾਂਤ ਦਾ ਜੋ ਵਾਤਾਵਰਨ ਸੀ ਇਸ ਨੂੰ ਆਪਣੀ ਅੱਖੀਂ ਡਿੱਠਾ, ਹੰਢਾਇਆ ਵੀ ਕਿਉਂਕਿ ਉਸ ਵਕਤ ਹਰਸ਼ਰਨ ਸਿੰਘ ਦੀ ਉਮਰ ਲਗਭਗ 20 ਸਾਲ ਸੀ ਜਦੋਂ ਪਾਕਿਸਤਾਨ ਹੋਂਦ ਦੇ ਵਿੱਚ ਆਇਆ ਹੈ। ਤਾਂ 20 ਸਾਲ ਦਾ ਨੌਜਵਾਨ ਜੋ ਸੀ ਉਸਨੇ ਬੜਾ ਨੇੜਿਓਂ ਇਹਨਾਂ ਘਟਨਾਵਾਂ ਨੂੰ ਵੇਖਿਆ ਅਤੇ ਜੋ ਮਹਿਸੂਸ ਕੀਤਾ ਉਸ ਨੂੰ ਉਸਦੇ ਜੋ ਕਲਾਕਾਰ ਮਨ ਸੀ ਉਸਨੇ ਇਸ ਇਕਾਂਗੀ ਦੇ ਵਿੱਚ ਚਿਤਰਿਆ ਹੈ ਕਿ ਔਰਤਾਂ ਦੇ ਉੱਤੇ ਜੋ ਤਸ਼ੱਦਦ ਹੋਇਆ ਸੀ। ਇਸ ਇਕਾਂਗੀ ਦੀ ਮੁੱਖ ਪਾਤਰਾ ਜੋ ਮੁੱਖ ਨਾਇਕਾ ਜੋ ਰਾਜੋ ਹੈ ਜੋ ਕਿ ਇੱਕ ਮੁਸਲਮਾਨ ਔਰਤ ਸੀ ਜਿਸ ਦਾ ਨਾਮ ਰਜੀਆ ਸੀ। ਰਜੀਆ ਤੋਂ ਰਾਜੋ ਬਣਨ ਤੱਕ ਦਾ ਜੋ ਉਸਦਾ ਸਫ਼ਰ ਸੀ ਉਸ ਦੌਰਾਨ ਉਸਨੂੰ ਕਿੰਨਾ ਦੁਖਾਂਤ ਭੋਗਣਾ ਪਿਆ, ਕਿੰਨੀਆਂ ਅਣਸੁਖਾਵੀਆਂ ਘਟਨਾਵਾਂ ਦੇ ਵਿੱਚੋਂ ਲੰਘਣਾ ਪਿਆ ਕਿਉਂਕਿ ਵੰਡ ਦੇ ਦੌਰਾਨ ਰਜੀਆ ਜੋ ਹੈ ਪਾਕਿਸਤਾਨ ਨੂੰ ਜਾ ਰਹੀ ਸੀ ਤਾਂ ਨੱਥਾ ਸਿੰਘ ਨਾਮ ਦਾ ਸ਼ਖਸ ਜੋ ਹੈ ਉਸਨੂੰ ਕਾਫਲੇ ਦੇ ਨਾਲੋਂ ਉਧਾਲ ਕੇ ਲੈ ਆਉਂਦਾ ਹੈ ਅਤੇ ਆਪਣੇ ਘਰ ਵਸਾ ਲੈਂਦਾ ਹੈ। ਉਸਦਾ ਧਰਮ ਬਦਲ ਦਿੱਤਾ ਜਾਂਦਾ ਹੈ, ਭਾਵ ਉਹ ਮੁਸਲਮਾਨ ਤੋਂ ਸਿੱਖ ਬਣਾ ਕੇ ਉਸਦਾ ਨਾਮ ਰਜੀਆ ਤੋਂ ਰਾਜੋ ਰੱਖ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਲੇਖਕ ਨੇ ਜੋ ਇੱਕ ਸਟਾਇਰ ਕੀਤਾ ਹੈ ਕਿ ਕਿਸ ਤਰ੍ਹਾਂ ਮਜਬੂਰੀ ਵਸ ਜੋ ਹੈ ਲੋਕਾਂ ਨੇ ਜੋ ਧਰਮ ਬਦਲ ਕੇ ਆਪਣੇ ਔਰਤਾਂ ਦੇ ਧਰਮ ਬਦਲ ਕੇ ਆਪਣੇ ਘਰ ਵਸਾਏ ਸਨ। ਉਹਨਾਂ ਵਿੱਚੋਂ ਇਹ ਔਰਤ ਰਾਜੋ ਸੀ। ਜਦੋਂ ਇਸ ਨੂੰ ਨੱਥਾ ਸਿੰਘ ਨੇ ਆਪਣੇ ਕਾਫਲੇ ਨਾਲੋਂ ਅਲੱਗ ਕੀਤਾ ਉਸ ਤੋਂ ਪਹਿਲਾਂ ਇਸ ਦਾ ਪਤੀ ਜੋ ਸੀ ਉਹ ਸਵਰਗਵਾਸ ਹੋ ਚੁੱਕਾ ਸੀ
ਔਰ ਇਸ ਦੇ ਜੋ 2 ਬੱਚੇ ਸਨ ਜਿਨ੍ਹਾਂ ਦਾ ਨਾਮ ਅਸਗਰ ਅਤੇ ਗਫੂਰ ਸੀ, ਉਹ ਵਿਲਕਦੇ ਹੋਏ ਆਪਣੀ ਮਾਂ ਨੂੰ ਪੁਕਾਰਦੇ ਰਹਿ ਜਾਂਦੇ ਹਨ। ਪਰ ਰਾਜੋ ਨੂੰ ਜੋ ਹੈ ਭਾਵ ਰਜੀਆ ਨੂੰ ਨੱਥਾ ਸਿੰਘ ਜ਼ਬਰਦਸਤੀ ਉਧਾਲ ਕੇ ਆਪਣੇ ਘਰ ਲੈ ਆਉਂਦਾ ਹੈ। ਵਿਆਹ ਉਸ ਦੇ ਨਾਲ ਕਰ ਲਿਆ ਜਾਂਦਾ ਹੈ ਧਰਮ ਬਦਲ ਕੇ। ਉਸਦੇ 2 ਬੱਚੇ ਹੋ ਜਾਂਦੇ ਹਨ, ਧਰਮਾ ਅਤੇ ਬੀਰਾ। ਇੱਥੇ ਲੇਖਕ ਜੋ ਹੈ ਇੱਕ ਗੁੱਝੇ ਰੂਪ ਦੇ ਵਿੱਚ ਦੱਸਣਾ ਚਾਹ ਰਿਹਾ ਹੈ ਕਿ ਅਸਲ ਦੇ ਵਿੱਚ ਜੋ ਦੇਸ਼ ਵੰਡ ਦਾ ਫੈਸਲਾ ਸੀ ਇਹ ਰਾਜਨੀਤਿਕ ਫੈਸਲਾ ਸੀ, ਔਰ ਜੋ ਸਾਡੇ ਨੇਤਾ ਸਨ, ਦੋਹਾਂ ਧਿਰਾਂ ਦੇ ਨੇਤਾ, ਜਿਨ੍ਹਾਂ ਨੇ ਆਪਣੀ ਕੁਰਸੀ ਦੀ ਭੁੱਖ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਹਿੰਦੁਸਤਾਨ ਦੇ 2 ਟੁਕੜੇ ਕਰ ਦਿੱਤੇ। ਦੋਹਾਂ ਮੁਲਕਾਂ ਦਾ ਆਵਾਮ ਵੰਡਿਆ ਗਿਆ। ਨੇਤਾ ਲੋਕ ਜਿਹੜੇ ਸਨ ਉਹਨਾਂ ਦੀਆਂ ਕੁਰਸੀਆਂ ਕਾਇਮ ਹੋ ਗਈਆਂ, ਕੁਰਸੀਆਂ ਸਲਾਮਤ ਹੋ ਗਈਆਂ, ਪਰ ਆਮ ਜਨਤਾ ਨੇ ਉਸ ਦਾ ਬਹੁਤ ਵੱਡਾ ਦੁਖਾਂਤ ਜੋ ਸੀ ਉਹ ਭੋਗਿਆ, ਅਤੇ ਉਸ ਦੇ ਵਿੱਚੋਂ ਵੀ ਔਰਤ ਜੋ ਹੈ ਇਸ ਦੁਖਾਂਤ ਦੀ ਸਭ ਤੋਂ ਵੱਡੀ ਭਾਗੀਦਾਰ ਬਣੀ। ਔਰ ਖਾਸ ਕਰਕੇ ਹਿੰਦੁਸਤਾਨ ਦੀ ਧਰਤੀ ਹੀ ਨਹੀਂ ਵੰਡੀ ਗਈ, ਸਗੋਂ ਔਰਤ ਦੀ ਮਮਤਾ ਵੀ ਜੋ ਸੀ ਵੰਡੀ ਗਈ, ਕਿਉਂਕਿ ਰਜੀਆ ਜੋ ਹੈ, ਰਜੀਆ ਸੀ ਜਦੋਂ ਉਸਦੇ 2 ਪੁੱਤਰ ਸਨ ਅਸਗਰ ਅਤੇ ਗਫੂਰ, ਜੋ ਕਿ ਪਾਕਿਸਤਾਨ ਦੀ ਧਰਤੀ 'ਤੇ ਰਹਿ ਜਾਂਦੇ ਹਨ। ਰਾਜੋ ਦਾ ਜਦੋਂ ਰੂਪ ਧਾਰਨ ਕਰਦੀ ਹੈ ਤਾਂ ਉਸਦੇ ਫਿਰ 2 ਪੁੱਤਰ ਹੁੰਦੇ ਹਨ, ਧਰਮਾ ਅਤੇ ਬੀਰਾ। ਭਾਵ ਇੱਕ ਔਰਤ ਦੀ ਮਮਤਾ ਜੋ ਹੈ ਵੰਡੀ ਗਈ ਹੈ। ਉਹ ਔਰਤ ਇੰਨੀ ਬੇਬਸ ਹੈ ਕਿ ਆਪਣੇ ਪੁਰਾਣੇ ਪੁੱਤਰਾਂ ਨੂੰ ਯਾਦ ਕਰਕੇ ਉਹ ਹੰਝੂ ਵਹਾਉਣ ਦੀ ਵੀ ਉਸਨੂੰ ਇਜਾਜ਼ਤ ਨਹੀਂ ਹੈ ਆਪਣੇ ਘਰ ਦੇ ਵਿੱਚ। ਕਿਉਂ? ਕਿਉਂਕਿ ਮਰਦ ਪ੍ਰਧਾਨ ਸਮਾਜ ਦੇ ਵਿੱਚ ਮਰਦ ਜੋ ਹੈ ਉਹ ਤੀਵੀਂ ਤੋਂ ਇਹੀ ਆਸ ਰੱਖਦਾ ਹੈ ਕਿ ਉਹ ਆਪਣੇ ਪਿਛੋਕੜ ਨੂੰ ਜੋ ਹੈ ਭੁੱਲ ਜਾਵੇ, ਪਿਛੋਕੜ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਾ ਰੱਖੇ। ਪਰ ਪਿਛੋਕੜ ਨੂੰ ਭੁੱਲਣਾ ਜਾਂ ਉਸ ਨੂੰ ਆਪਣੇ ਦਿਲ ਦੇ ਵਿੱਚੋਂ ਕੱਢਣਾ ਉਹ ਸਿਰਫ ਜੋ ਹੈ ਔਰਤ ਹੀ ਜਾਣਦੀ ਹੈ ਕਿ ਉਸ ਦੇ ਲਈ ਕਿੰਨਾ ਦੁਖਦਾਈ ਹੁੰਦਾ ਹੈ। ਜਿਸ ਤਰ੍ਹਾਂ ਕਿ ਇਸ ਕਹਾਣੀ ਦੇ ਵਿੱਚ, ਇਸ ਨਾਟਕ ਦੇ ਵਿੱਚ ਜੋ ਹੈ, ਇਸ ਇਕਾਂਗੀ ਦੇ ਵਿੱਚ ਰਜੀਆ ਇਸ ਦੁਖਾਂਤ ਨੂੰ ਭੋਗ ਰਹੀ ਹੈ। ਆਪਣੇ ਉਸਨੂੰ ਇਹ ਵੀ ਨਹੀਂ ਪਤਾ ਕਿ ਉਸਦੇ ਅਸਗਰ ਅਤੇ ਗਫੂਰ ਨਾਮ ਦੇ ਦੋਵੇਂ ਪੁੱਤਰ ਜਿਉਂਦੇ ਹਨ ਜਾਂ ਮਰ ਗਏ ਹਨ। ਔਰ ਇਸ ਘਟਨਾ ਦਾ ਵੀ ਪਤਾ ਉਸਨੂੰ ਤਦ ਲੱਗਦਾ ਹੈ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੇ ਲੀਡਰਾਂ ਨੇ ਫਿਰ ਇੱਕ ਹੋਰ ਮੂਰਖਤਾਨਾ ਫੈਸਲਾ ਕੀਤਾ। ਉਹ ਇਹ ਸੀ ਕਿ 10 ਸਾਲ ਬਾਅਦ ਸੰਨ 47 ਦੇ ਵਿੱਚ ਪਾਕਿਸਤਾਨ ਹੋਂਦ ਦੇ ਵਿੱਚ ਆਉਂਦਾ ਹੈ, ਅਤੇ ਉਸ ਤੋਂ ਲਗਭਗ 10 ਸਾਲ ਬਾਅਦ ਲੀਡਰਾਂ ਨੇ ਦੁਬਾਰਾ ਇਹ ਫੈਸਲਾ ਲਿਆ ਕਿ ਦੋਹਾਂ ਦੇਸ਼ਾਂ ਦੇ ਵਿੱਚ ਰਹਿ ਗਈਆਂ ਔਰਤਾਂ ਨੂੰ ਜੋ ਹੈ ਵਾਪਸ ਕੀਤਾ ਜਾਵੇ, ਲੱਭ ਕੇ ਉਹਨਾਂ ਨੂੰ ਆਪੋ ਆਪਣੇ ਮੁਲਕ ਪਹੁੰਚਾਇਆ ਜਾਏ। ਅਤੇ ਇਸੇ ਮੁਹਿੰਮ ਦੇ ਦੌਰਾਨ ਹੀ ਰਜੀਆ ਦੀ ਮਾਸੀ ਦਾ ਪੁੱਤਰ ਜਮਾਲ ਜੋ ਹੈ ਉਸ ਨੂੰ ਸੂਹ ਮਿਲਦੀ ਹੈ ਕਿ ਇੱਕ ਮੁਸਲਮਾਨ ਔਰਤ ਜੋ ਹੈ ਉਹ ਇਸ ਪਿੰਡ ਦੇ ਵਿੱਚ ਮੌਜੂਦ ਹੈ। ਉਸ ਨੂੰ ਜੋ ਹੈ ਆਪਣੀ ਹਿਫਾਜ਼ਤ ਦੇ ਨਾਲ ਪਾਕਿਸਤਾਨ ਪਹੁੰਚਾਉਣ ਦੇ ਲਈ ਜਦੋਂ ਉੱਥੇ ਪੁੱਜਦਾ ਹੈ ਤਾਂ ਉਹ ਦੇਖ ਕੇ ਹੈਰਾਨ ਹੋ ਜਾਂਦਾ ਹੈ, ਕਿਉਂਕਿ ਰਜੀਆ ਵੀ ਉਸ ਨੂੰ ਪਹਿਚਾਣ ਲੈਂਦੀ ਹੈ ਕਿ ਉਹ ਉਸ ਦੀ ਮਾਸੀ ਦਾ ਪੁੱਤਰ ਹੈ। ਉਸ ਨੂੰ ਵੇਖ ਕੇ ਬੜਾ ਖੁਸ਼ ਹੁੰਦੀ ਹੈ, ਪਰ ਜਦੋਂ ਉਸ ਨੂੰ ਪਤਾ ਚੱਲਦਾ ਹੈ ਕਿ ਉਸ ਨੂੰ ਪਾਕਿਸਤਾਨ ਲਿਜਾਣ ਲਈ ਆਇਆ ਹੈ ਤਾਂ ਉਹ ਬੜੀ ਉਦਾਸ ਵੀ ਹੋ ਜਾਂਦੀ ਹੈ, ਕਿਉਂਕਿ ਉਹ ਹੁਣ ਉਸ ਮੁਲਕ ਦੇ ਵਿੱਚ ਵਾਪਸ ਨਹੀਂ ਪਰਤਣਾ ਚਾਹੁੰਦੀ। ਕਿਉਂ ਨਹੀਂ ਪਰਤਣਾ ਚਾਹੁੰਦੀ? ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਮੁਲਕ ਦੇ ਜਿਹੜੇ ਲੋਕ ਨੇ ਉਹ ਉਸ ਨੂੰ ਕਦੇ ਵੀ ਦਿਲੋਂ ਸਵੀਕਾਰ ਨਹੀਂ ਕਰਨਗੇ, ਕਿਉਂਕਿ ਉਸ ਨੂੰ ਪਤਾ ਹੈ ਕਿ ਸਾਡਾ ਸਮਾਜ ਜੋ ਹੈ ਉਸ ਦੇ ਦਾਤੀ ਦੇ ਦੰਦੇ ਇੱਕ ਤਰਫ ਹੁੰਦੇ ਹਨ, ਪਰ ਸਮਾਜ ਦੇ ਦੰਦੇ ਜਿਹੜੇ ਨੇ ਉਹ 2 ਤਰਫ ਹੁੰਦੇ ਹਨ। ਉਹ ਉਸ ਨੂੰ ਜਿਉਣ ਨਹੀਂ ਦੇਣਗੇ। ਉਸ ਦੇ ਧਰਮਾਂ ਅਤੇ ਬੀਰਾ ਪੁੱਤਰਾਂ ਦੇ ਬਾਰੇ ਜੋ ਹੈ ਬਹੁਤ ਵੱਡੇ ਪ੍ਰਸ਼ਨ ਚਿੰਨ੍ਹ ਲਾਉਣਗੇ, ਜਿਹੜੇ ਕਿ ਉਸ ਨੂੰ ਸਵੀਕਾਰ ਨਹੀਂ ਹਨ। ਪਰ ਜਦੋਂ ਜੋ ਜਮਾਲ ਉਸ ਨੂੰ ਅਸਗਰ ਅਤੇ ਗਫੂਰ ਦੀ ਫੋਟੋ ਦਿਖਾ ਕੇ ਦੱਸਦਾ ਹੈ ਕਿ ਉਹ ਆਪਣੀ ਮਾਂ ਦੇ ਲਈ ਜੋ ਹੈ ਵਿਲਕਦੇ ਹਨ, ਉਸ ਨੂੰ ਦੇਖਣ ਦੇ ਲਈ ਤਰਸਦੇ ਹਨ, ਉਦਾਸੀ ਦੀ ਮੂਰਤ ਬਣੇ ਹੋਏ ਹਨ, ਤਾਂ ਉਹ ਹੈਰਾਨ ਵੀ ਹੁੰਦੀ ਹੈ ਕਿ ਉਸਦੇ ਦੋਵੇਂ ਪੁੱਤਰ ਜਿਉਂਦੇ ਹਨ ਔਰ ਉਹਨਾਂ ਨੂੰ ਵੇਖਣ ਦੀ ਚਾਹਤ ਉਸਦੇ ਮਨ ਦੇ ਵਿੱਚ ਪੈਦਾ ਹੋ ਜਾਂਦੀ ਹੈ। ਪਰ ਜਦੋਂ ਉਸ ਨੂੰ ਪਤਾ ਚੱਲਦਾ ਹੈ ਕਿ ਪਾਕਿਸਤਾਨ ਜਾਣ ਦੇ ਲਈ ਉਸ ਨੂੰ ਧਰਮਾਂ ਅਤੇ ਬੀਰਾ ਨੂੰ ਨਾਲ ਲਿਜਾਣ ਦੀ ਇਜਾਜ਼ਤ ਨਹੀਂ ਹੈ ਜਾਂ ਨਾਲ ਨਹੀਂ ਲਿਜਾਣ ਦਿੱਤਾ ਜਾਏਗਾ, ਤਾਂ ਫਿਰ ਉਹ ਬਹੁਤ ਹੀ ਵਿਲਕਦੀ ਹੈ, ਕਿਉਂਕਿ ਜ਼ਿੰਦਗੀ ਦਾ ਅੱਧਾ ਹਿੱਸਾ ਜਿਹੜਾ ਹੈ ਉਹ ਉਸਨੇ ਆਪਣੇ 2 ਪੁੱਤਰਾਂ ਅਸਗਰ ਅਤੇ ਗਫੂਰ ਦੀ ਯਾਦ ਦੇ ਵਿੱਚ ਵਿਲਕਦਿਆਂ ਗੁਜ਼ਾਰਿਆ ਸੀ, ਅਤੇ ਬਾਕੀ ਅੱਧਾ ਹਿੱਸਾ ਜੋ ਹੈ ਜੇਕਰ ਹੁਣ ਉਸਨੂੰ ਅਸਗਰ ਗਫੂਰ ਨੂੰ ਵੇਖਣ ਦਾ ਮੌਕਾ ਮਿਲ ਰਿਹਾ ਹੈ ਅਤੇ ਧਰਮਾਂ ਅਤੇ ਬੀਰਾ ਨੂੰ ਜੋ ਹੈ ਉਹ ਉਸ ਨੂੰ ਫਿਰ ਉਹਨਾਂ ਨਾਲੋਂ ਵਿਛੜਨਾ ਪਵੇਗਾ। ਭਾਵ ਇੱਥੇ ਲੇਖਕ ਜੋ ਹੈ ਇਹ ਦਰਸਾਉਣਾ ਚਾਹੁੰਦਾ ਹੈ ਕਿ ਬੰਦ ਕਮਰਿਆਂ ਵਿੱਚ ਬੈਠ ਕੇ ਲੀਡਰਾਂ ਦੁਆਰਾ ਲਏ ਗਏ ਫੈਸਲੇ ਜਿਹੜੇ ਨੇ ਹਕੀਕਤ ਰੂਪ ਦੇ ਵਿੱਚ ਉਹਨਾਂ ਨੂੰ ਲਾਗੂ ਕਰਨਾ ਕਿੰਨਾ
ਮੁਸ਼ਕਿਲ ਹੁੰਦਾ ਹੈ, ਕਿੰਨਾ ਅਣਸੁਖਾਵਾਂ ਹੁੰਦਾ ਹੈ, ਉਸ ਦੇ ਸਿੱਟੇ ਕਿੰਨੇ ਮੰਦਭਾਗੇ ਨਿਕਲਦੇ ਹਨ, ਔਰ ਕਿਸ ਤਰ੍ਹਾਂ ਜੋ ਹੈ ਔਰਤ ਇਸ ਫੈਸਲਿਆਂ ਦੇ ਦੌਰਾਨ ਜੋ ਹੈ ਬਾਰ-ਬਾਰ ਉਸ ਦੀ ਮਮਤਾ ਜੋ ਹੈ ਉਹ ਵਲੂੰਧਰੀ ਜਾਂਦੀ ਹੈ। ਇਹ ਇਸ ਇਕਾਂਗੀ ਦਾ ਵਿਸ਼ਾ ਹੈ। ਇੱਕ ਤਰ੍ਹਾਂ ਦੇ ਨਾਲ ਇਸ ਇਕਾਂਗੀ ਦੇ ਵਿਸ਼ੇ ਨੂੰ ਦਿਖਾ ਕੇ ਹਰਸ਼ਰਨ ਸਿੰਘ ਨੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਵੰਡ ਜੋ ਹੈ ਉਹ ਤਾਂ ਦੁਖਾਂਤਕ ਸੀ ਹੀ, ਪਰ ਉਸ ਵੰਡ ਤੋਂ ਬਾਅਦ ਲੀਡਰਾਂ ਦੁਆਰਾ ਲਏ ਗਏ ਮੂਰਖਤਾਨਾ ਫੈਸਲੇ ਜਿਹੜੇ ਸਨ ਉਹ ਉਸ ਤੋਂ ਵੀ ਦੁਖਦਾਈ ਸਨ, ਕਿਉਂਕਿ ਉਹ ਅਜਿਹੇ ਫੈਸਲੇ ਲੈਂਦੇ ਸਨ ਜਿਹੜੇ ਹਕੀਕਤ ਰੂਪ ਦੇ ਵਿੱਚ ਲਾਗੂ ਕਰਨ ਦੇ ਲਈ ਬਹੁਤ ਹੀ ਮੁਸ਼ਕਲਾਂ ਆਉਂਦੀਆਂ ਸਨ, ਔਰ ਉਹਨਾਂ ਮੁਸ਼ਕਲਾਂ ਦਾ ਸਭ ਤੋਂ ਵੱਧ ਸਾਹਮਣਾ ਜਿਹੜਾ ਸੀ ਉਹ ਔਰਤ ਨੂੰ ਹੀ ਕਰਨਾ ਪੈਂਦਾ ਸੀ। ਜੇ ਵੰਡ ਦੇ ਦੌਰਾਨ ਤਸ਼ੱਦਦ ਹੋਈ ਹੈ ਤਾਂ ਵੀ ਉਹ ਔਰਤ 'ਤੇ ਹੋਈ ਹੈ, ਅਤੇ ਵੰਡ ਤੋਂ ਬਾਅਦ ਜੇਕਰ ਇੱਕ ਦੁਖਾਂਤ ਔਰਤ ਦੇ ਨਾਲ ਵਾਪਰ ਰਿਹਾ ਹੈ ਤਾਂ ਉਸ ਦੀ ਭਾਗੀਦਾਰ ਵੀ ਔਰਤ ਹੀ ਬਣ ਰਹੀ ਹੈ। ਇਸ ਤਰ੍ਹਾਂ ਇਸ ਇਕਾਂਗੀ ਦਾ ਜੋ ਵਿਸ਼ਾ ਹੈ ਉਹ ਬੇਹੱਦ ਮਾਰਮਿਕ ਕਹਿ ਸਕਦੇ ਹਾਂ, ਬੜਾ ਹੀ ਭਾਵੁਕ ਕਿਸਮ ਦਾ ਵਿਸ਼ਾ ਹੈ। ਪਲਾਟ ਦੇ ਪੱਖੋਂ ਇਸ ਇਕਾਂਗੀ ਦੀਆਂ ਸਾਰੀਆਂ ਘਟਨਾਵਾਂ ਜੋ ਹਨ ਉਹ ਬੇਹੱਦ ਗੁੰਦਵੀਆਂ ਹਨ, ਲੜੀਵਾਰ ਹਨ, ਇਸ ਤਰ੍ਹਾਂ ਕਿ ਪਾਠਕ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਸ ਇਕਾਂਗੀ ਦੇ ਵਿੱਚ ਰੁਚੀ ਬਣੀ ਰਹਿੰਦੀ ਹੈ, ਔਰ ਅੱਗੋਂ ਕੀ ਵਾਪਰਨ ਵਾਲਾ ਹੈ ਇਸ ਦੇ ਪ੍ਰਤੀ ਵੀ ਬੜੀ ਉਤਸੁਕਤਾ ਦੇ ਨਾਲ ਪਾਠਕ ਜਿਹੜਾ ਹੈ ਸਾਹ ਰੋਕ ਕੇ ਇਸ ਇਕਾਂਗੀ ਨੂੰ ਦੇਖਦਾ ਹੈ, ਜਾਂ ਪੜ੍ਹਦਿਆਂ ਹੋਇਆਂ ਇਸ ਨੂੰ ਜੋ ਹੈ ਬਹੁਤ ਹੀ ਉਸ ਦੀ ਮਨੋਦਸ਼ਾ ਜਿਹੜੀ ਹੈ ਪਾਠਕ ਦੀ ਜਾਂ ਸਰੋਤੇ ਦੀ ਬੜੀ ਭਾਵੁਕ ਹੋ ਚੁੱਕੀ ਹੁੰਦੀ ਹੈ। ਉਦੇਸ਼ ਇਸ ਇਕਾਂਗੀ ਦਾ ਲੇਖਕ ਨੇ, ਜਿਵੇਂ ਕਿ ਵਿਸ਼ੇ ਦੇ ਵਿੱਚ ਦੱਸਿਆ ਗਿਆ ਹੈ, ਕਿ ਲੀਡਰਾਂ ਦੁਆਰਾ ਲਏ ਗਏ ਮੰਦਭਾਗੇ ਫੈਸਲਿਆਂ ਦੇ ਪ੍ਰਤੀ ਜਨਤਾ ਨੂੰ ਜਾਣੂ ਕਰਵਾਉਣਾ। ਇਸ ਦੇ ਨਾਲ ਜੋ ਸਿਆਸਤਦਾਨਾਂ ਦੀ ਕੁਰਸੀ ਦੀ ਭੁੱਖ ਹੈ, ਆਪਣੀ ਕੁਰਸੀ ਨੂੰ ਸਲਾਮਤ ਰੱਖਣ ਲਈ ਕਿਸ ਤਰ੍ਹਾਂ ਦੇ ਗਿਰੇ ਹੋਏ ਫੈਸਲੇ ਲੈ ਕੇ ਔਰ ਜੋ ਆਮ ਆਵਾਮ ਹੈ ਉਸ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਉਂਦੇ ਹਨ, ਲੀਡਰਾਂ ਦੀ ਅਜਿਹੀ ਮਾਨਸਿਕਤਾ ਦੇ ਪ੍ਰਤੀ ਨਫ਼ਰਤ ਦੇ ਭਾਵ ਪੈਦਾ ਕਰਨਾ ਹੈ, ਔਰ ਨਾਲ ਦੀ ਨਾਲ ਇਹ ਵੀ ਦਰਸਾਉਣਾ ਹੈ ਕਿ ਦੋਹਾਂ ਦੇਸ਼ਾਂ ਦਾ ਆਵਾਮ ਜੋ ਹੈ, ਦੋਹਾਂ ਦੇਸ਼ਾਂ ਦੀ ਜਨਤਾ ਹੈ, ਭਾਵੇਂ ਪਾਕਿਸਤਾਨ ਦੇ ਵਿੱਚ ਰਹਿ ਰਹੀ ਹੈ, ਭਾਵੇਂ ਹਿੰਦੁਸਤਾਨ ਦੇ ਵਿੱਚ, ਦੋਹਾਂ ਦੇਸ਼ਾਂ ਦੀ ਪਾਸੇ ਰਹਿਣ ਵਾਲੀ ਜਨਤਾ ਜੋ ਹੈ ਉਹਨਾਂ ਨੇ ਇਸ ਵੰਡ ਦੇ ਤਸ਼ੱਦਦ ਨੂੰ ਬੜਾ ਨੇੜਿਓਂ ਆਪਣੇ ਉੱਤੇ ਹੰਢਾਇਆ ਵੀ ਹੈ, ਔਰ ਉਸ ਦੁਖਾਂਤ ਨੂੰ ਭੋਗਿਆ ਵੀ ਹੈ, ਔਰ ਇਹ ਦੁਖਾਂਤ ਜੋ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਨਸੂਰ ਬਣ ਕੇ ਜੋ ਹੈ ਉਹ ਅੱਜ ਤੱਕ ਵੀ ਜੋ ਹੈ ਰੜਕ ਰਿਹਾ ਹੈ। ਇਸੇ ਤਰ੍ਹਾਂ ਵਾਰਤਾਲਾਪ ਦੀ ਦ੍ਰਿਸ਼ਟੀ ਤੋਂ ਇਕਾਂਗੀ ਇੱਕ ਸਫਲ ਇਕਾਂਗੀ ਕਹਿ ਸਕਦੇ ਹਾਂ, ਕਿਉਂਕਿ ਵਾਰਤਾਲਾਪ ਇਸ ਇਕਾਂਗੀ ਦੇ ਜੋ ਹਨ ਉਹ ਨਿੱਕੇ ਨਿੱਕੇ ਬੜੇ ਹੀ ਮਨੋਵਿਗਿਆਨਿਕ ਪੱਧਰ 'ਤੇ ਔਰ ਢੁਕਵੇਂ ਹਨ, ਖਾਸ ਕਰਕੇ ਜੋ ਪਾਤਰਾਂ ਦੀ ਮਨੋਸਥਿਤੀ ਹੈ ਉਸ ਦੇ ਅਨੁਸਾਰ ਹਨ, ਪਾਤਰਾਂ ਦੇ ਸੁਭਾਅ ਨੂੰ ਉਘੇੜਦੇ ਹਨ। ਜਿਸ ਤਰ੍ਹਾਂ ਬੇਬੇ ਜੋ ਹੈ ਉਸ ਦਾ ਵਾਰਤਾਲਾਪ ਤੋਂ ਪਤਾ ਚੱਲਦਾ ਹੈ ਕਿ ਉਹ ਬੜੀ ਨਿਰਮੋਹੀ ਕਿਸਮ ਦੀ ਔਰਤ ਹੈ, ਔਰ ਰਾਜੋ ਨੂੰ ਬੜਾ ਦਬਾ ਕੇ ਰੱਖਣ ਦੀ ਕੋਸ਼ਿਸ਼ ਕਰਦੀ ਹੈ, ਔਰ ਖਾਸ ਕਰਕੇ ਜੋ ਨੱਥਾ ਸਿੰਘ ਤੇ ਬੇਬੇ ਦਾ ਵਾਰਤਾਲਾਪ ਹੈ ਉਹ ਔਰਤ ਦੇ ਪ੍ਰਤੀ ਉਹਨਾਂ ਦੀ ਜੋ ਨਫ਼ਰਤ ਭਰੀ ਸੋਚ ਹੈ, ਖਾਸ ਕਰਕੇ ਰਾਜੋ ਦੇ ਪ੍ਰਤੀ, ਉਸ ਨੂੰ ਜੋ ਹੈ ਸਾਡੇ ਸਾਹਮਣੇ ਪੇਸ਼ ਕਰਦਾ। ਰੰਗਮੰਚ ਦੀ ਦ੍ਰਿਸ਼ਟੀ ਤੋਂ ਵੀ ਇਸ ਇਕਾਂਗੀ ਨੂੰ ਅਸੀਂ ਇੱਕ ਸਫਲ ਇਕਾਂਗੀ ਦਾ ਦਰਜਾ ਦੇ ਸਕਦੇ ਹਾਂ, ਕਿਉਂਕਿ ਇਕਾਂਗੀ ਦੀ ਕੋਈ ਵੀ ਘਟਨਾ ਅਜਿਹੀ ਨਹੀਂ ਹੈ ਜਿਸ ਨੂੰ ਮੰਚ ਦੇ ਉੱਤੇ ਬਾਖੂਬੀ ਨਾ ਪ੍ਰਗਟਾਇਆ ਜਾ ਸਕਦਾ ਹੋਵੇ ਜਾਂ ਨਾ ਨਿਭਾਇਆ ਜਾ ਸਕਦਾ ਹੋਵੇ। ਅਸਲ ਦੇ ਵਿੱਚ ਇਸ ਇਕਾਂਗੀ ਦੀ ਮੁੱਖ ਪਾਤਰ ਜੋ ਰਾਜੋ ਹੈ ਉਸ ਦੇ ਆਲੇ ਦੁਆਲੇ ਹੀ ਸਾਰਾ ਇਕਾਂਗੀ ਘੁੰਮ ਰਿਹਾ ਹੈ, ਔਰ ਰਾਜੋ ਦੀ ਜੋ ਮਾਨਸਿਕ ਸਥਿਤੀ, ਖਾਸ ਕਰਕੇ ਜੋ ਦੁਚਿੱਤੀ ਦੀ ਅਵਸਥਾ ਹੈ, ਉਸ ਨੂੰ ਲੇਖਕ ਨੇ ਬਹੁਤ ਹੀ ਭਾਵੁਕ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਹੈ ਕਿ ਰਾਜੋ ਨੂੰ ਦੇਖਦਿਆਂ ਹੋਇਆਂ ਪਾਠਕ ਵੀ ਭਾਵੁਕ ਜਾਂ ਸਰੋਤਾ ਜੋ ਹੈ ਉਹ ਵੀ ਭਾਵੁਕ ਵਹਿਣਾਂ ਦੇ ਵਿੱਚ ਵਹਿ ਬਿਨਾਂ ਨਹੀਂ ਰਹਿ ਸਕਦਾ। ਇਸ ਤੋਂ ਬਾਅਦ ਆ ਜਾਂਦਾ ਹੈ ਪਾਤਰ ਉਸਾਰੀ, ਕਿਉਂਕਿ ਪਾਤਰ ਉਸਾਰੀ ਦੀ ਦ੍ਰਿਸ਼ਟੀ ਤੋਂ ਵੀ ਅਸੀਂ ਇੱਕ ਇਕਾਂਗੀ ਨੂੰ ਇੱਕ ਸਫਲ ਇਕਾਂਗੀ ਕਹਿ ਸਕਦੇ ਹਾਂ, ਕਿਉਂਕਿ ਇਸ ਦੇ ਵਿੱਚ ਬਹੁਤ ਘੱਟ ਪਾਤਰ ਹਨ, ਔਰ ਖਾਸ ਕਰਕੇ ਜੋ ਬੇਬੇ ਹੈ, ਨੱਥਾ ਸਿੰਘ ਦੀ ਮਾਤਾ ਜੋ ਹੈ ਉਹ ਬੜੀ ਪੁਰਾਣੇ ਜੋ ਬਜ਼ੁਰਗ ਹੁੰਦੇ ਸਨ, ਕਿਸ ਤਰ੍ਹਾਂ ਆਪਣੀ ਨੂੰਹ ਨੂੰ ਉਹ ਦਬਾ ਕੇ ਰੱਖਣਾ ਚਾਹੁੰਦੀ ਹੈ, ਪੋਤਰਿਆਂ ਨਾਲ ਹੱਦੋਂ ਵੱਧ ਪ੍ਰੇਮ ਰੱਖਦੀ ਹੈ,
ਪਰ ਨੂੰਹ ਦੇ ਪ੍ਰਤੀ ਇੱਕ ਤਿਰਸਕਾਰ ਦੇ ਭਾਵ ਜਿਹੜੇ ਹਨ ਉਸਦੇ ਮਨ ਦੇ ਵਿੱਚ ਵਿਖਾਏ ਗਏ ਹਨ ਔਰ ਬੜੀ ਜ਼ਾਲਮ ਔਰਤ ਦੇ ਰੂਪ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਹੈ। ਨੱਥਾ ਸਿੰਘ ਜੋ ਹੈ ਉਹ ਵੀ ਨਿਰਮੋਇਆ ਜਿਹਾ ਇਨਸਾਨ ਹੈ। ਉਸਦੀ ਰਾਜੋ ਦੇ ਨਾਲ ਜੋ ਸੰਬੰਧ ਹਨ ਉਹ ਸਵਾਰਥੀ ਹਨ। ਉਹ ਆਪਣੀ ਵੰਸ਼ ਨੂੰ ਵਧਾਉਣ ਦੇ ਲਈ ਰਾਜੋ ਨੂੰ ਆਪਣੀ ਪਤਨੀ ਦੇ ਰੂਪ ਦੇ ਵਿੱਚ ਆਪਣੇ ਘਰ ਰੱਖ ਕੇ ਇੱਕ ਤਰ੍ਹਾਂ ਦੇ ਨਾਲ ਉਸ ਨੂੰ ਦਬਾ ਕੇ ਰੱਖਣਾ ਚਾਹੁੰਦਾ ਹੈ, ਪਰ ਰਾਜੋ ਦੇ ਨਾਲ ਉਸ ਦੀ ਕਿਸੇ ਤਰ੍ਹਾਂ ਦੀ ਕੋਈ ਭਾਵੁਕ ਸਾਂਝ ਨਹੀਂ ਹੈ। ਉਸ ਨੂੰ ਜੋ ਹੈ ਇੱਕ ਕਹਿ ਸਕਦੇ ਹਾਂ ਕਿ ਇੱਕ ਪਤੀ ਦੇ ਰੂਪ ਵਿੱਚ ਜੋ ਦੁੱਖ ਸੁੱਖ ਦਾ ਸਹਿਯੋਗੀ ਹੋ ਕੇ ਉਹ ਨਹੀਂ ਉੱਭਰਿਆ ਇਸ ਇਕਾਂਗੀ ਦੇ ਵਿੱਚ। ਰਾਜੋ ਅਤ ਦੀ ਦੁਖਾਂਤਕ ਪਾਤਰ ਹੈ, ਮਮਤਾ ਦੀ ਮਾਰੀ ਹੋਈ ਹੈ, ਪਰਿਸਥਿਤੀਆਂ ਦੀ ਸਤਾਈ ਹੋਈ ਪਾਤਰ ਹੈ, ਜਿਸ ਦਾ ਪਾਤਰ ਜੋ ਹੈ ਪਾਠਕਾਂ ਨੂੰ ਬੇਹੱਦ ਭਾਵੁਕ ਰੰਗਣ ਦੇ ਵਿੱਚ ਰੰਗ ਦਿੰਦਾ ਹੈ। ਵਾਤਾਵਰਨ ਜੋ ਹੈ ਇਸ ਇਕਾਂਗੀ ਦਾ ਬੜਾ ਮਨੋਵਿਗਿਆਨਿਕ ਅਤੇ ਯਥਾਰਥਕ ਹੈ। ਅਸਲ ਦੇ ਵਿੱਚ ਜੋ ਸਧਾਰਨ ਉਸ ਸਮੇਂ ਦੇ ਪੰਜਾਬ ਦੇ ਪੇਂਡੂ ਘਰ ਸਨ, ਉਹਨਾਂ ਦੇ ਵਾਤਾਵਰਨ ਨੂੰ ਬੜਾ ਕੁਦਰਤੀ ਰੂਪ ਦੇ ਵਿੱਚ ਦਰਸਾਇਆ ਗਿਆ ਔਰ ਖਾਸ ਕਰਕੇ ਜੋ ਰਾਜੋ ਦੀ ਮਨੋਸਥਿਤੀ ਹੈ ਜਾਂ ਮਨ ਦਾ ਵਾਤਾਵਰਨ ਹੈ ਉਹ ਬੇਹੱਦ ਮਨੋਵਿਗਿਆਨਿਕ ਢੰਗ ਦੇ ਨਾਲ ਪਾਠਕ ਉਸ ਨੂੰ ਖਾਸ ਕਰਕੇ ਲੇਖਕ ਉਸ ਨੂੰ ਦਰਸਾਉਣ ਦੇ ਵਿੱਚ ਸਫਲ ਹੋਇਆ ਹੈ ਔਰ ਇੱਕ ਦੁਖਾਂਤਕ ਪਾਤਰ ਦੇ ਰੂਪ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਹੈ। ਭਾਸ਼ਾ ਸ਼ੈਲੀ ਦੀ ਦ੍ਰਿਸ਼ਟੀ ਤੋਂ ਵੀ ਇਕਾਂਗੀ ਦੇ ਵਿੱਚ ਜੋ ਹੈ ਆਮ ਪੇਂਡੂ ਬੋਲਚਾਲ ਦੇ ਮੁਹਾਵਰੇ ਵਾਲੀ ਭਾਸ਼ਾ ਜੋ ਹੈ ਸਰਲ ਤੇ ਸਪਸ਼ਟ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਖਾਸ ਕਰਕੇ ਜੋ ਬੇਬੇ ਦੀ ਭਾਸ਼ਾ ਹੈ ਜਾਂ ਬੋਲੀ ਜੋ ਹੈ ਉਹ ਦੁਆਬੀ ਰੰਗਣ ਵਾਲੀ ਬੋਲੀ ਹੈ, ਜਿਸ ਸਦਕਾ ਇੱਕ ਰਸ ਇਕਾਂਗੀ ਦੇ ਵਿੱਚ ਪੈਦਾ ਹੋ ਗਿਆ ਹੈ। ਸਿਲੇਖ ਪੱਖੋਂ ਵੀ ਇਹ ਇਕਾਂਗੀ ਜੋ ਹੈ ਵਿਸ਼ੇ ਦੇ ਨਾਲ ਸਿੱਧਾ ਸੰਬੰਧਿਤ ਹੈ, ਢੁਕਵਾਂ ਹੈ, ਫਬਵਾਂ ਹੈ ਔਰ ਕਹਾਣੀ ਦੀਆਂ ਭਾਵ ਇਕਾਂਗੀ ਦੀ ਕਹਾਣੀ ਦੀਆਂ ਸਾਰੀਆਂ ਤੰਦਾਂ ਜੋ ਹਨ ਉਹ ਰਾਜੋ ਦੀ ਜੋ ਵਿਚਾਰਗੀ ਜਿਹੀ ਵਾਲੀ ਸਥਿਤੀ ਹੈ ਉਸ ਦੇ ਆਲੇ ਦੁਆਲੇ ਘੁੰਮਦੀਆਂ ਹਨ। ਇਸੇ ਸਦਕਾ ਇਸ ਇਕਾਂਗੀ ਦਾ ਜੋ ਨਾਮ ਹੈ ਉਹ ਇੱਕ ਵਿਚਾਰੀ ਮਾਂ, ਕਿਉਂਕਿ ਇੱਕ ਮਾਂ ਜੋ ਹੈ ਉਸ ਦੀ ਮਮਤਾ ਕਿਸ ਤਰ੍ਹਾਂ ਵੰਡੀ ਗਈ ਹੈ ਔਰ ਆਪਣੇ ਪੁੱਤਰਾਂ ਨੂੰ ਮਿਲਣ ਦੇ ਲਈ ਕਿਸ ਤਰ੍ਹਾਂ ਉਹ ਤਾ ਉਮਰ ਜੋ ਹੈ ਤੜਪਦੀ ਹੈ। ਉਸਦੇ ਮਨ ਦੇ ਵਿੱਚ ਜੋ ਦਰਦ ਹੈ ਉਹ ਕਿਸੇ ਦੇ ਨਾਲ ਸਾਂਝਾ ਵੀ ਨਹੀਂ ਕਰ ਸਕਦੀ ਔਰ ਉਸ ਦੇ ਦਰਦ ਨੂੰ ਕੋਈ ਸਮਝਣ ਵਾਲਾ ਵੀ ਨਹੀਂ ਹੈ। ਕਿਉਂਕਿ ਉਸ ਨੂੰ ਘਰ ਦੇ ਵਿੱਚ ਵਸਾ ਤਾਂ ਜ਼ਰੂਰ ਲਿਆ ਗਿਆ ਹੈ, ਪਰ ਘਰ ਦੇ ਵਿੱਚ ਉਹ ਸਤਿਕਾਰ ਉਸ ਨੂੰ ਨਹੀਂ ਹਾਸਿਲ ਹੋ ਸਕਿਆ ਜਿਹੜਾ ਇੱਕ ਘਰ ਦੀ ਮਾਲਕਨ ਦੇ ਰੂਪ ਦੇ ਵਿੱਚ ਉਸ ਨੂੰ ਮਿਲਣਾ ਚਾਹੀਦਾ ਸੀ। ਔਰ ਇਸ ਦਾ ਕਾਰਨ ਜੋ ਹੈ ਉਸ ਦਾ ਸ਼ਾਇਦ ਵੱਖਰਾ ਧਰਮ ਜਾਂ ਵੱਖਰਾ ਜਾਤ ਦਾ ਹੋਣਾ ਹੀ ਹੈ। ਭਾਵ ਲੋੜ ਵਸ ਜੋ ਹੈ ਉਸ ਦਾ ਧਰਮ ਪਰਿਵਰਤਿਤ ਕਰਕੇ ਉਸ ਨੂੰ ਕਿਸ ਤਰ੍ਹਾਂ ਜੋ ਹੈ ਵਰਤਿਆ ਗਿਆ ਹੈ ਔਰ ਵਰਤਨ ਦੇ ਬਾਵਜੂਦ ਵੀ ਉਸ ਦੇ ਪ੍ਰਤੀ ਕੋਈ ਜੋ ਆਦਰ ਸਤਿਕਾਰ ਵਾਲੇ ਭਾਵ ਜਿਹੜੇ ਹਨ ਇਸ ਇਕਾਂਗੀ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਉਂਦੇ। ਔਰ ਇਸ ਇਕਾਂਗੀ ਦੀ ਜੋ ਸਭ ਤੋਂ ਵੱਡੀ ਘਟਨਾ ਜੋ ਸਭ ਤੋਂ ਵੱਡੀ ਤੰਦ ਜੋ ਹੈ ਉਹ ਖਾਸ ਕਰਕੇ ਇਕਾਂਗੀ ਦੇ ਅਖੀਰ ਦੇ ਵਿੱਚ ਰਾਜੋ ਦਾ ਜੋ ਧਰਮੇ ਤੇ ਵੀਰੇ ਨੂੰ ਗੱਲ ਨਾਲ ਲਾਉਣ ਦੇ ਲਈ ਪਿੱਛੇ ਪਰਤਣਾ ਜਾਂ ਮੁੜਨਾ ਤੇ ਜ਼ੋਰ ਦੀ ਉਸ ਚੁਗਾਠ ਜਿਹੜੀ ਘਰ ਦੀ ਚੁਗਾਠ ਹੈ ਉਸ ਦੇ ਨਾਲ ਉਸ ਦਾ ਪੈਰ ਅੜ ਕੇ ਡਿੱਗ ਜਾਣਾ ਤੇ ਮੌਤ ਦੇ ਮੂੰਹ ਦੇ ਵਿੱਚ ਸਮਾ ਜਾਣਾ, ਇਹ ਬੜਾ ਹੀ ਭਾਵੁਕ ਪਲ ਹੈ। ਕਿਉਂਕਿ ਅਸਲ ਦੇ ਵਿੱਚ ਚੁਗਾਠ ਜੋ ਹੈ ਇਸ ਇਕਾਂਗੀ ਦੇ ਵਿੱਚ ਇਹ ਦੋਹਾਂ ਦੇਸ਼ਾਂ ਦੇ ਵਿਚਕਾਰ ਜੋ ਸਰਹੱਦ ਹੈ ਉਸ ਦੀ ਪ੍ਰਤੀਕ ਹੈ ਔਰ ਇਸ ਸਰਹੱਦ ਨੇ ਜੋ ਹੈ ਕਿੰਨੀਆਂ ਜਾਨਾਂ ਲਈਆਂ ਹਨ ਔਰ ਕਿੰਨੇ ਲੋਕ ਜਿਹੜੇ ਹਨ ਅਜੇ ਤੱਕ ਵੀ ਆਪਣਿਆਂ ਜੋ ਖੂਨ ਦਿਆਂ ਰਿਸ਼ਤਿਆਂ ਨੂੰ ਮਿਲਣ ਦੇ ਲਈ, ਆਪਣਿਆਂ ਨਿਗਦਿਆਂ ਨੂੰ ਵੇਖਣ ਦੇ ਲਈ ਤੜਪ ਰਹੇ ਹਨ, ਵਿਲਕ ਰਹੇ ਹਨ। ਪਰ ਇਹ ਸਰਹੱਦ ਜੋ ਹੈ ਇੱਕ ਅਜਿਹਾ ਪ੍ਰਤੀਕ ਹੈ ਦੋਹਾਂ ਦੇਸ਼ਾਂ ਦੇ ਵਿਚਕਾਰ ਜੋ ਵਾਹੀ ਹੋਈ ਹੈ, ਜਿਸ ਨੇ ਲੋਕਾਂ ਨੂੰ ਹੀ ਨਹੀਂ ਵੰਡਿਆ, ਧਰਤੀ ਨੂੰ ਹੀ ਨਹੀਂ ਵੰਡਿਆ। ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿਚਕਾਰੇ ਇੱਕ ਲੀਕ ਹੀ ਨਹੀਂ ਇਹ ਵਾਹੀ ਗਈ, ਸਗੋਂ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਨਫ਼ਰਤ ਦੀ ਲੀਕ ਵਾਹੀ ਗਈ ਹੈ। ਤੇ ਖਾਸ ਕਰਕੇ ਮਮਤਾ ਦੇ ਦਿਲ ਨੂੰ, ਮਾਂ ਦੇ ਦਿਲ ਨੂੰ, ਮਾਂ ਦੀ ਮਮਤਾ ਨੂੰ ਵੀ ਵੰਡ ਦਿੱਤਾ ਹੈ। ਕਿਉਂਕਿ ਇਸ ਇਕਾਂਗੀ ਦੀ ਨਾਇਕਾ ਜੋ ਰਾਜੋ ਹੈ, ਰਾਜੋ ਦੇ ਦੋ ਪੁੱਤਰ ਪਾਕਿਸਤਾਨ ਦੀ ਧਰਤੀ ਤੇ ਹਨ, ਅਸਗਰ ਅਤੇ ਗਫੂਰ, ਅਤੇ ਦੋ ਪੁੱਤਰ ਉਸਦੇ ਧਰਮਾ ਅਤੇ ਬੀਰਾ ਹਨ। ਔਰ ਅੰਤ ਦੇ ਵਿੱਚ ਉਸਦੇ ਲਈ ਜੋ ਹੈ ਇੱਕ ਫੈਸਲੇ ਦੀ ਘੜੀ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਧਰਮਾ ਤੇ ਬੀਰਾ ਨੂੰ ਰੱਖਣਾ ਚਾਹੁੰਦੀ ਹੈ ਜਾਂ ਅਸਗਰ ਤੇ ਗਫੂਰ ਨੂੰ। ਕਿਉਂਕਿ ਜੇਕਰ ਉਹ ਪਾਕਿਸਤਾਨ ਚਲੀ ਜਾਂਦੀ ਹੈ ਤੇ ਉਸ ਨੂੰ ਸਦਾ ਲਈ ਧਰਮਾ ਤੇ ਬੀਰਾ ਤੋਂ ਵਿਛੜਨਾ ਪਵੇਗਾ, ਅਤੇ ਜੇਕਰ ਉਹ ਨਹੀਂ ਜਾਂਦੀ
ਤਾਂ ਫਿਰ ਉਸ ਸਦਾ ਦੇ ਲਈ ਅਸਗਰ ਅਤੇ ਗਫੂਰ ਦੀਆਂ ਯਾਦਾਂ ਦੇ ਨਾਲ ਉਸਦੀ ਆਤਮਾ ਵਿੰਨ੍ਹਦੀ ਜਾਂਦੀ ਰਹੇਗੀ ਔਰ ਇਸ ਦਰਦ ਨੂੰ ਜੋ ਹੈ ਆਪਣੇ ਸੀਨੇ ਦੇ ਉੱਤੇ ਹੰਡਾਉਣਾ ਪਏਗਾ। ਇਸ ਲਈ ਇਹ ਸਰਹੱਦ ਜਿਹੜੀ ਹੈ ਇਹ ਬੇਹੱਦ ਪ੍ਰਤੀਕਾਤਮਕ ਰੂਪ ਦੇ ਵਿੱਚ ਇਸ ਇਕਾਂਗੀ ਦੇ ਵਿੱਚ ਇਕਾਂਗੀਕਾਰ ਨੇ ਪੇਸ਼ ਕੀਤੀ ਹੈ, ਜਿਸ ਨੂੰ ਦੋਹਾਂ ਦੇਸ਼ਾਂ ਦਾ ਆਵਾਮ ਜੋ ਹੈ ਇਸ ਸਰਹੱਦ ਨੂੰ ਪਸੰਦ ਨਹੀਂ ਕਰਦਾ। ਕਿਉਂਕਿ ਇਕਾਂਗੀ ਦੇ ਅਖੀਰ ਦੇ ਵਿੱਚ ਕੁਹਾੜਾ ਲੈ ਕੇ ਨੱਥਾ ਸਿੰਘ ਦੁਆਰਾ ਇਸ ਸਰਦਲ ਰੂਪੀ ਸਰਹੱਦ ਨੂੰ ਜਦੋਂ ਵੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਦੋਹਾਂ ਦੇਸ਼ਾਂ ਦੇ ਲੋਕ ਜਿਹੜੇ ਨੇ ਉਹ ਇਸ ਸਰਹੱਦ ਤੋਂ ਇੰਨਾ ਦੁਖੀ ਹਨ ਕਿ ਉਸ ਨੂੰ ਤੋੜ ਦੇਣਾ ਚਾਹੁੰਦੇ ਹਨ ਔਰ ਆਪਣਿਆਂ ਦੇ ਗਲ ਲੱਗ ਕੇ ਮਿਲਣਾ ਚਾਹੁੰਦੇ ਹਨ। ਸੋ ਇਸ ਤਰ੍ਹਾਂ ਇਹ ਇਕਾਂਗੀ ਇੱਕ ਵਿਚਾਰੀ ਮਾਂ ਜੋ ਹੈ ਇਹ ਹਰਸ਼ਰਨ ਸਿੰਘ ਦੁਆਰਾ ਰਚਿਤ ਬੇਹੱਦ ਹੀ ਪ੍ਰਭਾਵਪੂਰਨ ਇਕਾਂਗੀ ਹੈ ਔਰ ਹਰਸ਼ਰਨ ਸਿੰਘ ਦੀ ਖਾਸੀਅਤ ਇਹ ਹੈ ਕਿ ਇਹਨਾਂ ਦੁਆਰਾ ਰਚਿਤ ਜੋ ਇਕਾਂਗੀ ਜਾਂ ਨਾਟਕ ਹਨ ਇਹਨਾਂ ਨੂੰ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਅਨੁਵਾਦ ਕੀਤਾ ਗਿਆ ਹੈ। ਉਹ ਇਹਨਾਂ ਦੀ ਜੋ ਸਾਹਿਤਕ ਕਿਰਤਾਂ ਹਨ ਉਹਨਾਂ ਦੀ ਮਕਬੂਲੀਅਤ ਦਾ ਸਭ ਤੋਂ ਵੱਡਾ ਗਵਾਹ ਹੈ ਔਰ ਇਹੀ ਇਹਨਾਂ ਦੇ ਲਈ ਸਭ ਤੋਂ ਵੱਡਾ ਸਨਮਾਨ ਹੈ। ਉਮੀਦ ਹੈ ਕਿ ਵਿਦਿਆਰਥੀਆਂ ਨੂੰ ਇੱਕ ਵਿਚਾਰੀ ਮਾਂ ਇਕਾਂਗੀ ਦਾ ਵਿਸ਼ਾ ਜੋ ਹੈ ਉਹ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਹੋਵੇਗਾ। ਸੋ ਇਸ ਚੈਨਲ ਦੇ ਨਾਲ ਜੁੜੇ ਰਹਿਣਾ ਅਤੇ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਦੇ ਰਹਿਣਾ। ਮਿਲਾਂਗੇ ਅਗਲੇ ਵੀਡੀਓ ਦੇ ਵਿੱਚ, ਤਦ ਤੱਕ ਲਈ ਇਜਾਜ਼ਤ। ਧੰਨਵਾਦ।